ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ। ਇਸ ਦੇ ਚੱਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਮਾਨ ਨਾਲ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਖੜਾ ਕਰਨ ਬਾਰੇ ਗੱਲਬਾਤ ਕੀਤੀ। ਇਹ ਪੰਥਕ ਉਮੀਦਵਾਰ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰਾਂ 'ਚੋਂ ਹੋਵੇ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਅੱਧੇ ਘੰਟੇ ਦੀ ਬੰਦ ਕਮਰਾ ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣੇ ਮੋਰਚੇ ਦੇ ਪ੍ਰਧਾਨ ਜੰਗ ਸਿੰਘ ਵੱਲੋਂ ਲੰਮੇ ਸਮੇਂ ਤੋਂ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਬਣਾਉਣ ਸੰਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਗਈ ਸੀ, ਜਿਸ ਨੂੰ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕਰ ਰਹੇ ਨੇ। ਉਹਨਾਂ ਲਈ ਸਭ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਬਚਾਉਣਾ ਚਾਹੀਦਾ ਹੈ। ਉਹਨਾਂ ਯਤਨਾਂ ਲਈ ਸਾਰੇ ਜਥੇਬੰਦੀਆਂ ਇਕੱਠੇ ਹੋਈਆਂ ਨੇ। ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ, ਧੜਾ ਨਿਹੰਗ ਸਿੰਘ ਜਥੇਦਾਰੀ ਅਤੇ ਦਮਦਮੀ ਟਕਸਾਲ ਦੇ ਸਾਰੇ ਆਗੂ ਇਕੱਠੇ ਹੋਏ। ਮੀਟਿੰਗ ਵਿੱਚ ਇਹ ਫੈਸਲਾ ਭਾਰਤ ਦੇ ਗ੍ਰਹਿ ਮੰਤਰੀ ਸੂਬਿਆਂ ਦੀਆਂ ਸਰਕਾਰਾਂ ਨੂੰ ਮਿਲਣਾ ਸੀ, ਪਰ ਅੱਜ ਤੱਕ ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਸੂਬਾ ਸਰਕਾਰਾਂ ਨੇ ਸਾਨੂੰ ਮਿਲਣ ਦਾ ਕੋਈ ਸਮਾਂ ਦਿੱਤਾ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੁਬਾਰਾ ਹੁਕਮ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਅਪੀਲ ਹੋਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਕੌਮ ਨੂੰ ਕਿ ਬੰਦੀ ਸਿੰਘ ਜਿਹੜੇ ਬਹੁਤ ਲੰਬੇ ਅਰਸੇ ਦੇ ਜੇਲ੍ਹਾਂ ਵਿੱਚ ਬੈਠੇ ਆ, ਉਹਦੇ ਸੰਬੰਧ ਵਿੱਚ ਸਾਂਝੇ ਯਤਨ ਕੀਤੇ ਜਾਣ। ਉਹਨਾਂ ਯਤਨਾਂ ਦੇ ਵਿੱਚ 11 ਤਰੀਕ ਨੂੰ ਪਿਛਲੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਮੂਹ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਔਰ ਉਸ ਇਕੱਠ ਦੇ ਵਿੱਚ ਇੱਕ ਸੁਰਤਾ ਦਾ ਬੜਾ ਵੱਡਾ ਸਬੂਤ ਦਿੱਤਾ ਗਿਆ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਤੇ ਹੋਰ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਤੇ ਦਮਦਮੀ ਟਕਸਾਲ ਸਾਰੇ ਇਕੱਠੇ ਹੋਏ ਸੀ। ਉਹਦੀ ਇੱਕ ਫਿਰ 11 ਮੈਂਬਰੀ ਕਮੇਟੀ ਜਿਹੜੀ ਉਹ ਬਣਾਈ ਸੀ, ਜਿਹਦੀ 19 ਤਰੀਕ ਨੂੰ ਮੀਟਿੰਗ ਹੋਈ ਸੀ ਤੇ 19 ਤਰੀਕ ਨੂੰ ਇਹ ਫੈਸਲਾ ਹੋਇਆ ਸੀ ਕਿ ਆਪਾਂ ਸਮੂਹਿਕ ਤੌਰ ਤੇ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਨੂੰ ਤੇ ਵੱਖ-ਵੱਖ ਸਟੇਟਾਂ ਦੇ ਜਿਹੜੇ ਚੀਫ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਮਿਲੀਏ। ਸੋ ਮੀਨਵਾਈਲ ਲਈ ਸਾਨੂੰ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ। ਉਹ ਤਾਂ ਸਾਡਾ ਪੋਰਟਲ ਰਾਹੀਂ ਆ ਗਏ, ਰਸੀਟ ਹੋ ਗਈ ਆ, ਪਰ ਕੋਈ ਸਾਨੂੰ ਅੱਜ ਤੱਕ ਡੇਟ ਨਹੀਂ ਕੋਈ ਵੀ ਮਿਲੀ। ਤੇ ਅੱਜ ਸਮੂਹਿਕ ਤੌਰ ਤੇ ਉਸੇ ਕੰਸਟਰਕਟ ਦੇ ਵਿੱਚ ਜਥੇਦਾਰ ਅਕਾਲ ਤਖਤ ਨੇ ਫਿਰ ਅਪੀਲ ਕੀਤੀ ਕਿ ਸਮੁੱਚਾ ਪੰਥ ਇੱਕ ਥਾਂ ਇਕੱਤਰ ਹੋ ਕੇ ਸੰਗਰੂਰ ਦੀ 22 ਇਲੈਕਸ਼ਨ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਲਈ ਤੇ ਸਮੂਹਿਕ ਤੌਰ ਤੇ ਇੱਕ ਸੁਰਤਾ ਦੇ ਲਈ ਇਕੱਤਰ ਹੋ ਕੇ ਸਾਰੇ ਆਪਣੇ ਇੱਕ ਥਾਂ ਇਲੈਕਸ਼ਨ ਲੜਨ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਾਡੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਡੇ ਸੀਨੀਅਰ ਆਗੂ, ਤੇ ਦਾਸ ਦੀ ਡਿਊਟੀ ਲੱਗੀ ਸੀ। ਅਸੀਂ ਮਾਨ ਸਾਹਿਬ ਨਾਲ ਬੈਠ ਕੇ ਵਿਚਾਰ ਕੀਤੀ ਆ ਔਰ ਇਸ ਵਿਚਾਰ ਦੇ ਵਿੱਚ ਅਸੀਂ ਇਹ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਸਾਰੇ ਇਕੱਠੇ ਹੋ ਕੇ, ਕਿਉਂਕਿ ਇਹ ਵੀ ਵੇਚਿਆ, ਇੱਕ ਸੁਰਤਾ ਦੇ ਨਾਲ ਇੱਕ ਕੈਂਡੀਡੇਟ ਦਈਏ। ਸੋ ਇਹਨਾਂ ਦੇ ਨਾਲ ਅੰਦਰ ਬੈਠ ਕੇ ਸਾਰੀ ਵਿਚਾਰ ਹੋਈ ਆ। ਇਹ ਵੀ ਹੁਣ ਆਪਣੀ ਵਿਚਾਰ ਪਾਰਟੀ ਨਾਲ ਕਰ ਲੈਣਗੇ। ਸਾਡੀ ਪਾਰਟੀ ਵੱਲੋਂ ਤੇ ਅਕਾਲ ਤਖਤ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਮੇਰੀ ਸੇਵਾ ਲਾਈ ਸੀ, ਉਹਦੇ ਤਹਿਤ ਬੈਠ ਕੇ ਅਸੀਂ ਅੱਜ ਵਿਚਾਰਾਂ ਕੀਤੀਆਂ, ਕਿਉਂਕਿ 6 ਤਰੀਕ ਤੱਕ ਨੋਮੀਨੇਸ਼ਨ ਹੋਣੀ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਸਿੱਖ ਕੌਮ ਦੇ ਸਰਕਰਦਾ ਬਹੁਤ ਵੱਡੇ ਆਗੂ ਵੀ ਆ, ਜਿਹੜੇ ਲੰਬੇ ਅਰਸੇ ਤੋਂ ਆਪ ਵੀ ਜਿਸ ਵੇਲੇ ਇਲੈਕਸ਼ਨ ਲੜੀ ਤੇ ਜੇਲ੍ਹ ਦੇ ਵਿੱਚ ਸੀ ਤੇ ਉਦੋਂ ਲਗਭਗ ਪੌਣੇ 5 ਲੱਖ ਦੇ ਮਾਰਜਨ ਦੇ ਨਾਲ ਜਿਤਾ ਕੇ ਇਹਨਾਂ ਨੂੰ ਕੌਮ ਨੇ MP ਬਣਾਇਆ ਸੀ। ਸੋ ਉਸੇ ਤਰਜ਼ ਤੇ ਅਸੀਂ ਅੱਜ ਵੀ ਯਤਨ ਕਰ ਰਹੇ ਹਾਂ ਕਿ ਜਿਹੜੇ 30-32 ਸਾਲ ਦੇ ਅੰਦਰ ਬੈਠੇ ਸਿੰਘ, ਉਹਨਾਂ ਦੀ ਰਿਹਾਈ ਵਾਸਤੇ ਸਮੁੱਚੇ ਤੌਰ ਤੇ ਪੰਥ ਇੱਕ ਥਾਂ ਇਕੱਤਰ ਹੋ ਕੇ ਇੱਕ ਕੈਂਡੀਡੇਟ ਦੇਵੇ।
ਸੋ ਅਸੀਂ ਕੁਛ ਇਹਨਾਂ ਦੇ ਨਾਲ ਵਿਚਾਰਾਂ ਕੀਤੀਆਂ, ਉਹ ਹੁਣ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਮੈਚੁਰ ਹੋ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਚਲੋ ਫਾਰਮ ਦਾ ਭਰਨਾ ਹੀ ਆ, ਫਾਰਮ ਦਾ ਭਰਨਾ। ਟਾਈਮ ਥੋੜਾ ਰਹਿ ਗਿਆ, ਸ਼ਨੀ ਐਤਵਾਰ ਦੀ ਛੁੱਟੀ ਆ ਗਈ ਜੀ, ਕੀ ਕਹੋਗੇ? ਕੋਈ ਗੱਲ ਨਹੀਂ, ਤਾਂ ਵੀ ਉਹ ਤੋਂ ਬਾਅਦ ਚੱਲਦਾ ਹੀ ਰਹਿੰਦਾ ਹੁੰਦਾ ਕੰਮ। ਪਰ ਸਰ ਥੋੜਾ ਸਾਈਡ ਸੇ ਇੱਧਰ ਆ ਜਾ ਇੱਧਰ ਆ ਜਾ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋਏ ਸਨ ਅਤੇ ਇੱਕ ਰੈਗੂਲੇਸ਼ਨ ਪਾਸ ਕੀਤਾ ਗਿਆ ਸੀ, ਜੋ ਕਿ ਹੁਣੇ ਹੀ ਰਾਜਾਂ ਅਤੇ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ, ਪਰ ਉਹ ਸੁਣਨ ਨੂੰ ਤਿਆਰ ਨਹੀਂ ਸਨ। ਪਰ ਇਸ ਮੌਕੇ ਪੰਥਕ ਏਕਤਾ ਹੋਣੀ ਚਾਹੀਦੀ ਹੈ। ਕੀ ਕਹੋਗੇ? ਸੁਖਬੀਰ ਬਾਦਲ ਜੀ ਆਏ ਸੀਗੇ ਤੇ ਪ੍ਰਧਾਨ ਜੀ ਆਏ ਸੀਗੇ, ਕੀ ਮੀਟਿੰਗ ਹੋਈ ਹੈ? ਕੱਲ ਨੂੰ ਤੁਸੀਂ ਕਾਗਜ਼ ਵੀ ਭਰਨੇ ਨੇ। ਬਹੁਤ ਅੱਛੀ ਮੀਟਿੰਗ ਹੋਈ ਹੈ ਜੀ ਕਿ ਇਹ ਪੰਥ ਨੂੰ ਤਕੜਾ ਕਰਨਾ ਆਪਾਂ ਨੇ। ਹੁਣ ਜੇ 11 ਤਰੀਕ ਨੂੰ ਸਾਰੀ STPC ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀਗੀਆਂ, ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤੀ ਹੈ ਕਿ ਬੰਦੀਆਂ ਨੂੰ ਆਪਾਂ ਨੇ ਛੁਡਾਉਣਾ ਹੈ, ਤੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਗਈ ਹੈ, ਤੇ ਪ੍ਰਾਈਮ ਮਿਨਿਸਟਰ ਤੇ ਇੰਡੀਆ ਤਾਂ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ, ਅਜੇ ਤੱਕ ਜਵਾਬ ਹੀ ਨਹੀਂ ਦਿੱਤਾ। ਐਡੇ ਭੂਸੜੇ ਹੋਏ ਆ ਇਹ BJP ਤੇ RSS ਦੇ ਲੋਕ ਕਿ ਇਹ ਸਿੱਖ ਕੌਮ ਨੂੰ ਜਵਾਬ ਦੇਣ ਤੋਂ ਇਨਕਾਰ ਕਰੀ ਜਾਂਦੇ ਆ। ਸੋ ਪੰਥਕ ਏਕਤਾ ਹੋਣੀ ਇਸ ਮੌਕੇ ਦੇ ਉੱਤੇ ਬਹੁਤ ਜ਼ਰੂਰੀ ਹੈ, ਤੇ ਅਸੀਂ ਸਾਰੀ ਪਾਰਟੀ ਸਪੋਰਟ ਕਰਦੀ ਹੈ ਪੰਥਕ ਏਕਤਾ ਨੂੰ। ਪਰ ਜਿਹੜੇ ਮੁੱਦੇ ਹੈਗੇ ਆ ਪੰਥ ਦੇ, ਅੱਜ 333 ਦਿਨ ਹੋ ਗਏ ਆ ਅਸੀਂ ਬਰਗਾੜੀ ਦੇ ਮੋਰਚੇ ਦੇ ਵਿੱਚ ਬੈਠੇ ਆ ਲਗਾਤਾਰ, ਕਿ ਬਰਗਾੜੀ ਦਾ ਫੈਸਲਾ ਨਹੀਂ ਹੋ ਰਿਹਾ। ਜਿਹੜੇ ਹਾਈ ਕੋਰਟ ਦੇ ਜੱਜ ਹੈ, ਸ਼ੇਖਵਤ ਹੈ, ਸਾਗਵਾਨ ਹੈ, ਬਜਾਜ ਹੈ, ਇਹ ਦੋਸ਼ੀਆਂ ਨੂੰ ਜ਼ਮਾਨਤਾਂ ਦੇਈ ਜਾਂਦੇ ਹੈ, ਤੇ ਸਿੱਖਾਂ ਦਾ ਇੱਥੇ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਨੂੰ ਰਗੜਿਆ ਜਾ ਰਿਹਾ। ਅਸੀਂ ਅਮਰੀਕਾ ਦਾ ਜਿਹੜਾ ਰਿਲੀਜੀਅਸ ਕਮਿਸ਼ਨ ਹੈ ਉਸ ਨੂੰ ਵੀ ਦੱਸਿਆ ਕਿ ਸਾਡੇ ਹੱਕ ਮੁਸਲਮਾਨਾਂ ਦੇ, ਈਸਾਈਆਂ ਦੇ, ਸਿੱਖਾਂ ਦੇ ਰਗੜੇ ਜਾ ਰਹੇ ਹੈ। ਤੇ ਅੱਜ ਸਾਨੂੰ ਬਹੁਤ ਅੱਛੀ ਖਬਰ ਆਈ ਹੈ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਕਿਹਾ ਕਿ ਇੰਡੀਆ ਦੇ ਵਿੱਚ ਧਰਮ ਨੂੰ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ, ਜਿਹੜੀ ਸਾਡੀ ਪਾਰਟੀ ਦੀ ਬਹੁਤ ਜ਼ਿਆਦਾ ਵੱਡੀ ਕਾਮਯਾਬੀ ਹੋਈ ਹੈ। ਹੁਣ ਮੁਸਲਮਾਨਾਂ ਦੇ ਬਸਤੀਆਂ ਬੁਲਡੋਜ਼ਰਾਂ ਨਾਲ ਢਾਹ ਦੇਣੀਆਂ, ਥਾਂ ਥਾਂ ਮਸਜਿਦਾਂ ਦੇ ਵਿੱਚ ਰੱਖ ਦੇਣੇ, ਕੀ ਉਹਨੂੰ ਕਹਿੰਦੇ ਆ, ਸ਼ਿਵਲਿੰਗ ਰੱਖ ਦੇਣੇ, ਕਹਿ ਦੇਣਾ ਇਹ ਮਸਜਿਦ ਹੈ। ਅਕਾਲ ਤਖਤ ਸਾਹਿਬ ਤੇ, ਇਹ ਤਾਜ ਮਹਿਲ ਤੇ ਵੀ ਰੱਖਤੇ, ਕੁਤਬ ਮੀਨਾਰ ਦੇ ਉੱਤੇ ਵੀ ਰੱਖਤੇ। ਜਿਹੜੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ ਹੈ ਅਜਮੇਰ ਸ਼ਰੀਫ, ਉੱਥੇ ਵੀ ਰੱਖਤੇ। ਮੁਸਲਮਾਨਾਂ ਦੀਆਂ ਬਸਤੀਆਂ ਦੇ ਉੱਤੇ ਬੁਲਡੋਜ਼ਰ ਫੇਰਤੇ ਮੱਧ ਪ੍ਰਦੇਸ਼ ਨੇ, UP ਨੇ, ਹਰਿਆਣੇ ਨੇ। ਔਰ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ। ਕਸ਼ਮੀਰ ਦੇ ਵਿੱਚ ਇਹਨਾਂ ਨੇ ਕਸ਼ਮੀਰ ਦਾ ਸਟੇਟਸ ਰੱਦ ਕਰਕੇ ਯੂਨੀਅਨ ਟੈਰੀਟਰੀ ਬਣਾਤੀ, ਫੌਜ ਦੇ ਹਵਾਲੇ ਕਰਤਾ, ਪਰ ਤਾਂ ਵੀ ਉੱਥੋਂ ਦੀਆਂ ਘੱਟ ਗਿਣਤੀਆਂ ਪੰਡਤ ਹੈ ਉਹ ਭੱਜੇ ਜਾ ਰਹੇ ਹੈ। ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਦਾ ਜ਼ੁਲਮ ਕਰਨ ਦੇ ਨਾਲ ਕਸ਼ਮੀਰ ਦੇ ਵਿੱਚ ਕੀ ਅੱਜ ਫਰਕ ਪਿਆ, ਜਿਹੜਾ 5 ਅਗਸਤ 2019 ਦੇ ਵਿੱਚ ਮੋਦੀ ਨੇ ਉੱਥੇ ਕਸ਼ਮੀਰ ਦਾ ਰਾਜ ਭੰਗ ਕਰਕੇ, ਅਸੈਂਬਲੀ ਭੰਗ ਕਰਕੇ, ਮੁਸਲਮਾਨਾਂ ਦੀ ਅਸੈਂਬਲੀ ਜਮਹੂਰੀਅਤ ਖਤਮ ਕਰਕੇ, ਸਿੱਖਾਂ ਦਾ 11 ਸਾਲ ਤੋਂ ਜਿਹੜੀ ਸਾਡੀ ਪਾਰਲੀਮੈਂਟ ਹੈ SGPC, ਉਹਦੇ ਇਲੈਕਸ਼ਨਸ ਨਹੀਂ ਹੋ ਰਹੇ, ਤੇ ਲਦਾਖ ਨੂੰ ਲਟਾਈ ਜਾਂਦੇ ਹੈ। 2020 ਦੇ ਵਿੱਚ ਚੀਨੀ 900 ਕਿਲੋਮੀਟਰ ਅੰਦਰ ਆ ਗਏ। ਤੇ ਮੇਰਾ ਮਤਲਬ ਹੈ ਕਿ ਇਹ ਸਮਝਦੇ ਕੀ ਹੈ ਯਾਰ ਸਾਨੂੰ, ਕਿ ਜੇ ਅਸੀਂ ਚਿੱਠੀ ਲਿਖੀਏ ਪ੍ਰਾਈਮ ਮਿਨਿਸਟਰ ਨੂੰ ਕਿ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਸਾਡੇ ਬੰਦੀ 30 ਸਾਲਾਂ ਦੇ ਅੰਦਰ ਡੱਕੇ ਹੋਏ ਹੈ, ਤੇ ਅਜੇ 1984 ਤੋਂ ਬਾਅਦ ਸਾਨੂੰ ਕੋਈ ਇਹ
ਜਵਾਬ ਨਹੀਂ ਆਉਂਦਾ ਤੇ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਰਹਿ ਗਏ ਹਾਂ ਕਿ ਨਹੀਂ? ਇਹ ਸਾਰਾ ਕੁਝ ਕੰਮ ਖਤਮ ਕਰਨਾ ਪਊਗਾ ਮੋਦੀ ਸਾਹਿਬ ਤੇ ਬੀਜੇਪੀ ਨੂੰ। ਸਰ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦਾ ਕੀ ਸਿੱਟਾ ਰੱਖਿਆ ਅੱਜ ਮੀਟਿੰਗ ਬਹੁਤ ਇਸੇ ਗੱਲ ਦੇ ਉੱਤੇ ਹੋਈ ਹੈ ਕਿ ਪੰਥ ਸੂਤਰਾਂ ਅਨੁਸਾਰ ਸਿਮਰਨਜੀਤ ਸਿੰਘ ਮਾਨ ਨੇ ਸਾਂਝਾ ਪੰਥਕ ਉਮੀਦਵਾਰ ਖੜਾ ਕਰਨ ਸੰਬੰਧੀ ਹਾਂ ਪੱਖੀ ਹੁੰਗਾਰਾ ਭਰਿਆ। ਇਸ ਮੌਕੇ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦੜ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੌਜੂਦ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਉਪ ਚੋਣ ਵਿੱਚ ਆਪਣਾ ਉਮੀਦਵਾਰ ਖੜਾ ਕਰੇਗੀ ਜਾਂ ਸਿਮਰਨਜੀਤ ਸਿੰਘ ਮਾਨ ਨਾਲ ਗੱਠਜੋੜ ਕਰਕੇ ਚੋਣ ਲੜੇਗੀ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।